ਹੈਲੋ ਸਟੂਡੈਂਟਸ, ਹੁਣ ਆਪਾਂ ਕਰਨ ਜਾ ਰਹੇ ਹਾਂ ਕੰਟੀਨਿਊਟੀ ਦਾ ਲੈਕਚਰ 21ਵਾਂ। ਇਹਦੇ 'ਚ ਆਪਾਂ ਐਨਸੀਈਆਰਟੀ ਦੇ ਕੁਐਸਚਨ ਡਿਸਕਸ ਕਰਾਂਗੇ। ਜੇ ਤੁਸੀਂ ਬਾਕੀ ਕੁਐਸਚਨ ਐਨਸੀਈਆਰਟੀ ਦੇ ਦੇਖਣੇ ਤਾਂ ਆਈ ਬਟਨ ਤੇ ਕਲਿੱਕ ਕਰਕੇ ਤੁਸੀਂ ਬਾਕੀ ਕੁਐਸਚਨਸ ਦੇਖ ਸਕਦੇ ਹੋ। ਫਿਲਹਾਲ ਆਪਾਂ ਸ਼ੁਰੂ ਕਰਨ ਲੱਗੇ ਹਾਂ ਕੁਐਸਚਨ ਨੰਬਰ 24। ਇਹਦੇ 'ਚ ਆਪਾਂ ਨੂੰ ਕਿਹਾ ਹੈ ਕਿ ਇਹ ਜਿਹੜਾ ਫੰਕਸ਼ਨ ਹੈ ਇਹ ਕੰਟੀਨਿਊਸ ਹੈ ਜਾਂ ਨਹੀਂ ਹੈ। ਤਾਂ ਇਹਦੇ ਲਈ ਆਪਾਂ ਸਾਰਾ ਓਵਰਆਲ ਚੈੱਕ ਕਰਾਂਗੇ, ਕਿਤੇ ਵੀ ਆਪਾਂ ਨੂੰ ਡਿਸਕੰਟੀਨਿਊ ਲੱਭ ਰਹੀ ਹੈ ਕਿ ਨਹੀਂ ਲੱਭ ਰਹੀ ਡਿਸਕੰਟੀਨਿਊਟੀ। ਠੀਕ ਹੈ ਜੀ। ਤਾਂ ਪਹਿਲਾ ਕੇਸ ਹੈ ਵੈਨ ਐਕਸ ਇਜ਼ ਨੋਟ ਇਕੁਅਲ ਟੂ 0, ਜਿਹਨੂੰ ਕਿ ਆਪਾਂ ਇੰਟਰਵਲ 'ਚ ਦੇਖਣ ਦੀ ਆਪਾਂ ਨੂੰ ਹੈਬਿਟ ਹੈ। ਤਾਂ ਆਪਾਂ ਇਹਨੂੰ ਕੀ ਕਰ ਸਕਦੇ ਹਾਂ, ਐਕਸ ਇਜ਼ ਨੋਟ ਇਕੁਅਲ ਟੂ 0 ਦਾ ਮਤਲਬ ਕਿ 0 ਨਹੀਂ, 0 ਤੋਂ ਲੈਫਟ ਸਾਈਡ ਤੇ 0 ਤੋਂ ਗ੍ਰੇਟਰ ਵਾਸਤੇ ਤੁਸੀਂ ਚੈੱਕ ਕਰ ਰਹੇ ਹੋ। ਤਾਂ ਇੱਥੇ ਲਿਖ ਲਿਆ ਵੈਨ ਐਕਸ ਇਜ਼ ਲੈਸ ਦੈਨ 0 ਐਂਡ ਐਕਸ ਇਜ਼ ਗ੍ਰੇਟਰ ਦੈਨ 0। ਤਾਂ ਦੋਨਾਂ ਲਈ ਆਪਣਾ ਫੰਕਸ਼ਨ ਕੀ ਹੋਏਗਾ, ਇਹ ਵਾਲਾ। ਠੀਕ ਹੈ। ਤਾਂ ਫੰਕਸ਼ਨ ਇਹ ਵਾਲਾ ਹੋ ਗਿਆ। ਹੁਣ ਇਹ ਫੰਕਸ਼ਨ ਆਪਾਂ ਨੂੰ ਜਿਹੜਾ ਇਹ ਨਜ਼ਰ ਆ ਰਿਹਾ ਕਿ ਪ੍ਰੋਡਕਟ ਹੈ। ਪ੍ਰੋਡਕਟ ਕਿਹੜੇ ਕਿਹੜੇ ਫੰਕਸ਼ਨ ਦੀ ਹੈ, ਤਾਂ ਪੋਲੀਨੋਮੀਅਲ ਹੈ, ਇਹ ਕਿਹੜਾ ਹੈ ਸਾਈਨ ਫੰਕਸ਼ਨ। ਤਾਂ ਇਹਨਾਂ ਬਾਰੇ ਆਪਾਂ ਲਿਖਾਂਗੇ ਕਿ ਪੋਲੀਨੋਮੀਅਲ ਫੰਕਸ਼ਨ ਆਪਾਂ ਨੂੰ ਪਤਾ ਹੈ ਐਵਰੀਵੇਅਰ ਕੰਟੀਨਿਊਸ ਫੰਕਸ਼ਨ ਹੈ। ਸਾਈਨ ਫੰਕਸ਼ਨ ਵੀ ਐਵਰੀਵੇਅਰ ਕੰਟੀਨਿਊਸ ਹੈ, ਬਟ ਅਸੀਂ ਇੱਥੇ ਵਰਡ ਐਵਰੀਵੇਅਰ ਨਹੀਂ ਯੂਜ਼ ਕਰ ਰਹੇ ਬਿਕੋਜ਼ ਸਾਈਨ ਦੇ ਅੰਦਰ 1/x ਲਿਖਿਆ ਹੋਇਆ ਹੈ। ਤਾਂ ਇੱਥੇ ਥੋੜ੍ਹਾ ਜਿਹਾ ਐਕਸ ਜਦੋਂ ਆਪਾਂ ਐਵਰੀਵੇਅਰ ਲਿਖਾਂਗੇ ਤਾਂ ਇੱਥੇ ਐਕਸ ਜੇ 0 ਭਰਤੀ ਕਿਸੇ ਨੇ ਤਾਂ ਇੱਥੇ ਪ੍ਰੋਬਲਮ ਹੋ ਜਾਊਗੀ। ਇਸ ਕਰਕੇ ਅਸੀਂ ਦੋਨਾਂ ਨੂੰ ਹੀ ਕੀ ਲਿਖ ਲਿਆ, ਕੰਟੀਨਿਊਸ ਫੰਕਸ਼ਨ। ਤਾਂ ਜੇ ਦੋਨੇ ਕੰਟੀਨਿਊਸ ਫੰਕਸ਼ਨਸ ਹੈ ਤਾਂ ਇਹਨਾਂ ਦੀ ਪ੍ਰੋਡਕਟ ਵੀ ਕੀ ਹੋਏਗੀ, ਕੰਟੀਨਿਊਸ ਹੋਏਗੀ। ਸਾਰੀਆਂ ਵੈਲਿਊਜ਼ ਵਾਸਤੇ ਬਸ ਸਿਰਫ 0 ਤੇ ਰਿਸਕ ਸੀ, ਤੇ 0 ਆਪਾਂ ਨੂੰ ਪਤਾ ਹੀ ਹੈ ਕਿ ਆਪਾਂ 0 ਤੇ ਗੱਲ ਹੀ ਨਹੀਂ ਕਰ ਰਹੇ। ਤਾਂ ਇਹਦਾ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਦੋਨੇ ਫੰਕਸ਼ਨਸ ਕੰਟੀਨਿਊਸ ਸੀਗੇ। ਠੀਕ ਹੈ। ਤੇ ਇਹਨਾਂ ਦੀ ਪ੍ਰੋਡਕਟ ਹੈ ਜਿਹੜੀ ਉਹ ਵੀ ਕੰਟੀਨਿਊਸ ਹੋਏਗੀ। ਕਦੋਂ, ਜਦੋਂ x 0 ਤੋਂ ਇਲਾਵਾ ਕੁਝ ਵੀ ਤੁਸੀਂ ਚੈੱਕ ਕਰੋਗੇ। ਤਾਂ ਇਹ ਹੋ ਗਿਆ ਫਸਟ ਪਾਰਟ। ਸੈਕਿੰਡ ਕੇਸ ਆਪਣਾ ਹੈਗਾ ਐਟ x ਇਜ਼ ਇਕੁਅਲ ਟੂ 0, ਕਿਉਂਕਿ 0 ਤੇ ਆਪਾਂ ਫੰਕਸ਼ਨ ਦੇਖ ਰਹੇ ਹਾਂ ਬਦਲ ਰਿਹਾ। ਤਾਂ ਆਪਾਂ ਨੂੰ ਲੈਫਟ ਰਾਈਟ ਲਿਮਿਟ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਲਿਮਿਟ ਆਪਾਂ ਨੂੰ ਸਿੰਪਲੀ ਇੱਕ ਫੰਕਸ਼ਨ 'ਚ ਹੀ ਕੱਢਣੀ ਚਾਹੀਦੀ ਹੈ। ਤਾਂ ਲਿਮਿਟ x ਅਪਰੋਚਸ ਟੂ 0 ਐਫ ਆਫ x ਫੰਕਸ਼ਨ ਚੂਜ਼ ਕਰ ਲਿਆ। ਤਾਂ ਇੱਥੇ ਜਦੋਂ ਲਿਮਿਟ ਭਰਾਂਗੇ x ਦੀ ਜਗ੍ਹਾ ਤੇ 0 ਭਰ ਲਿਆ ਇਨਟੂ, ਇਹ ਵਾਲਾ ਪਾਰਟ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇੱਥੇ ਜ਼ਿਆਦਾਤਰ ਬੱਚੇ ਕਨਫਿਊਜ਼ ਹੋ ਜਾਂਦੇ ਆ ਕਿ ਇੱਥੇ ਕੀ ਲਿਖਿਆ। ਉਹਨੂੰ ਲੱਗਦਾ ਕਿ ਇੱਥੇ ਵੀ 0 ਭਰਾਂਗੇ, ਆਪਾਂ 0 ਨਹੀਂ ਭਰ ਸਕਦੇ, ਕਿਉਂਕਿ ਆਪਾਂ ਨੂੰ ਪਤਾ ਹੈ x 0 ਨੂੰ ਅਪਰੋਚ ਕਰ ਰਿਹਾ ਹੈ। ਬਿਕੋਜ਼ ਹੁਣ ਆਪਾਂ ਸਾਈਨ ਨੂੰ ਐਂਗਲ ਦੀ ਗੱਲ ਕਰਨੀ ਹੈ ਕਿ ਸਾਈਨ ਕੋਲ ਐਂਗਲ ਕਿਹੜਾ ਹੈ। ਤਾਂ ਇਸ ਚੀਜ਼ ਨੂੰ ਧਿਆਨ ਨਾਲ ਸਮਝੀਏ। ਜਦੋਂ x 0 ਨੂੰ ਅਪਰੋਚ ਕਰ ਰਿਹਾ ਇਹਦਾ ਮਤਲਬ x ਕੀ ਹੈ, ਕੋਈ 0 ਦੇ ਨੇੜੇ ਤੇੜੇ ਵਾਲੀ ਵੈਲਿਊ ਹੈ। ਕੁਝ ਵੀ 0.0000 ਬਹੁਤ ਦੂਰ ਜਾ ਕੇ 1, ਜਿਹੜਾ ਕਿ ਆਪਾਂ ਬੋਲ ਨਹੀਂ ਸਕਦੇ, ਲਿਖ ਨਹੀਂ ਸਕਦੇ, ਬਟ ਸਮਝਣ ਵਾਸਤੇ ਇੱਕ ਵਾਰੀ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਕੁਛ ਨਾ ਕੁਛ ਕੋਈ ਵੈਲਿਊ ਹੈ ਜਿਹੜੀ ਕਿ 0 ਦੇ ਬਹੁਤ ਨੇੜੇ ਹੈ ਕੀ ਹੈ, ਨੋਨ 0। ਜਦੋਂ ਆਪਾਂ 1 ਨੂੰ ਉਸ ਨੋਨ 0 ਵੈਲਿਊ ਨਾਲ ਡਿਵਾਈਡ ਕਰਾਂਗੇ ਤਾਂ ਕੁਛ ਨਾ ਕੁਛ ਇੱਥੇ ਵੀ ਆਊਗਾ ਹੀ ਆਊਗਾ। ਜਦੋਂ ਇੱਥੇ ਕੁਛ ਆ ਗਿਆ ਉਹਨੂੰ ਆਪਾਂ ਸਾਈਨ ਦੀ ਵੈਲਿਊ ਫਾਈਂਡ ਆਊਟ ਕਰਾਂਗੇ, ਉਹ ਜਿਹੜਾ ਵੀ ਐਂਗਲ ਆਊਗਾ ਤਾਂ ਉਹ ਵੀ ਕੋਈ ਨਾ ਕੋਈ ਵੈਲਿਊ ਆਏਗੀ। ਉਹ ਕੋਈ ਨਾ ਕੋਈ ਵੈਲਿਊ ਜਿਹੜੀ ਉਹ ਕੀ ਹੋਏਗੀ, ਡੈਫੀਨੇਟਲੀ -1 ਤੇ 1 ਦੇ ਵਿਚਕਾਰ ਹੋਏਗੀ। ਤਾਂ ਇੱਥੇ ਇਸੇ ਕਰਕੇ ਲਿਖਿਆ ਆਪਾਂ ਕਿ ਇਸ ਪੋਰਸ਼ਨ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ ਕਿ ਵੀ ਆਰ ਗੈਟਿੰਗ ਅ ਨੰਬਰ ਓਸੀਲੇਟਿੰਗ ਬਿਟਵੀਨ -1 ਐਂਡ 1, ਕਿ ਕੋਈ ਨੰਬਰ ਆਊਗਾ ਜਿਹੜਾ ਕਿ -1 ਤੇ 1 ਦੇ ਵਿਚਕਾਰ ਹੋਏਗਾ। ਇਹ ਇੱਥੇ ਲਿਖ ਸਕਦੇ ਹਾਂ, ਕੁਝ ਆਥਰਸ ਇਸ ਤਰ੍ਹਾਂ ਵੀ ਲਿਖਦੇ ਆ ਕਿ ਅ ਫਾਈਨਾਈਟ ਨੰਬਰ ਬਿਟਵੀਨ -1 ਐਂਡ 1, ਤਾਂ ਉਹ ਵੀ ਇੱਕੋ ਗੱਲ ਹੀ ਹੈ। ਤੇ ਬਟ ਇਸ ਚੀਜ਼ ਦਾ ਧਿਆਨ ਰੱਖਣਾ ਹੈ, ਇਹਨੂੰ ਕੁਝ ਹੋਰ ਨਹੀਂ ਲਿਖਣਾ ਆਪਾਂ। ਤਾਂ 0 ਨੂੰ ਜਦੋਂ ਕਿਸੇ ਵੈਲਿਊ ਨਾਲ, ਇੱਥੇ ਕੋਈ ਵੈਲਿਊ ਆਊਗੀ, 0 ਜਦੋਂ ਵੀ ਮਲਟੀਪਲਾਈ ਹੁੰਦੀ ਹੈ ਕਿਸੇ ਵੈਲਿਊ ਨਾਲ ਤਾਂ ਲਾਸਟ ਆਊਟਕਮ ਕੀ ਹੁੰਦੀ ਹੈ, 0 ਹੀ ਹੁੰਦੀ ਹੈ। ਉਦੋਂ ਬਾਅਦ ਤਾਂ ਲਿਮਿਟ ਦੀ ਵੈਲਿਊ ਆ ਗਈ 0, ਤਾਂ ਫੰਕਸ਼ਨ 'ਚ ਜਦੋਂ 0 ਭਰਨਾ ਉਹਨੇ ਆਪਾਂ ਨੂੰ ਡਿਫਾਈਨ ਹੀ ਕੀਤਾ ਹੋਇਆ ਕਿ ਉਹ ਤਾਂ 0 ਹੀ ਹੈ। ਤਾਂ ਲਿਮਿਟ ਦੀ ਵੈਲਿਊ ਤੇ ਫੰਕਸ਼ਨ ਦੀ ਵੈਲਿਊ ਦੋਨੇ ਆ ਗਈਆਂ ਸੇਮ। ਤਾਂ ਆਪਾਂ ਬੋਲ ਸਕਦੇ ਹਾਂ ਕਿ ਫੰਕਸ਼ਨ ਸਾਡਾ ਕੰਟੀਨਿਊਸ ਹੈ 0 ਤੇ। ਤਾਂ ਫੰਕਸ਼ਨ ਜਿਹੜਾ ਹੈਗਾ ਆਪਾਂ ਉੱਪਰ ਦੇਖਿਆ, ਇੱਥੇ ਵੀ ਕੰਟੀਨਿਊਸ ਹੈ, 0 ਤੇ ਵੀ ਕੰਟੀਨਿਊਸ ਹੈ। ਤਾਂ ਓਵਰਆਲ ਕੀ ਹੈ, ਇਹ ਕੰਟੀਨਿਊਸ ਫੰਕਸ਼ਨ, ਕਿਤੇ ਵੀ ਡਿਸਕੰਟੀਨਿਊਟੀ ਨਜ਼ਰ ਨਹੀਂ ਆਈ। ਇਹ ਵਾਲਾ ਗ੍ਰਾਫ ਦੇਖ ਸਕਦੇ ਹਾਂ ਆਪਾਂ, ਡੈਸ਼ਮੋਸ ਤੋਂ ਤੁਸੀਂ ਦੇਖਣਾ ਹੈ ਗ੍ਰਾਫ। ਜਿਹੜੀ ਐਪਲੀਕੇਸ਼ਨ ਹੈਗੀ ਹੈ ਗੂਗਲ ਪਲੇ ਤੋਂ ਇੰਸਟਾਲ ਕਰਨੀ ਹੈ, ਉੱਥੋਂ ਬਣਾ ਕੇ ਦੇਖਣਾ ਕਿ ਐਕਚੁਅਲ ਗ੍ਰਾਫ ਕੀ ਹੈ। ਇਹ ਸਿਰਫ ਓਵਰਵਿਊ ਹੈ ਇਹਦਾ। ਤਾਂ ਆਪਾਂ ਦੇਖ ਸਕਦੇ ਹਾਂ ਇੱਥੇ ਇਸ ਤਰ੍ਹਾਂ ਗ੍ਰਾਫ ਹੈ, ਤੇ ਇਹ ਗ੍ਰਾਫ ਹੈ ਜਿਹੜਾ ਕੰਟੀਨਿਊਸ ਨਜ਼ਰ ਆ ਰਿਹਾ, ਕਿਤੇ ਵੀ ਕੋਈ ਬ੍ਰੇਕ ਨਹੀਂ ਹੈਗੀ। ਇਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਡਿਸਕਸ ਕਰਨ ਜਾ ਰਹੇ ਹਾਂ, ਕੁਐਸਚਨ ਨੰਬਰ 25। 25 ਕੁਐਸਚਨ ਦੇ ਵਿੱਚ ਆਪਾਂ ਨੂੰ ਇਹ ਕਿਹਾ ਗਿਆ ਕਿ ਐਗਜ਼ਾਮਿਨ ਦਾ ਕੰਟੀਨਿਊਟੀ ਆਫ ਐਫ ਵੇਅਰ ਐਫ ਇਜ਼ ਡਿਫਾਈਨਡ ਐਸ ਦਿਸ। ਠੀਕ ਹੈ। ਤਾਂ ਆਪਾਂ ਇਹਦੇ ਕੇਸਿਸ ਦੇਖੀਏ, ਜਿਵੇਂ ਆਪਾਂ ਪ੍ਰੀਵੀਅਸ ਕੁਐਸਚਨ 'ਚ ਗੱਲ ਕੀਤੀ ਹੈ ਕਿ ਵੈਨ ਐਕਸ ਇਜ਼ ਨੋਟ ਇਕੁਅਲ ਟੂ 0,
ਤਾਂ x ਇਜ਼ ਨਾਟ ਇਕੁਅਲ ਟੂ 0 ਦਾ ਮਤਲਬ x ਤੋਂ ਲੈਫਟ ਤੇ x ਤੋਂ ਰਾਈਟ ਦੀ ਗੱਲ ਹੋ ਰਹੀ ਹੈ, ਜਿਹਨੂੰ ਕਿ ਆਪਾਂ ਲਿਖਿਆ ਦੈਟ ਇਜ਼ ਵੈਨ x ਇਜ਼ ਲੈਸ ਦੈਨ 0 ਐਂਡ x ਇਜ਼ ਗ੍ਰੇਟਰ ਦੈਨ 0। ਤਾਂ ਮਤਲਬ ਇਹਨਾਂ ਦੋ ਕੇਸਿਸ ਵਾਸਤੇ ਤੁਹਾਡਾ ਫੰਕਸ਼ਨ ਉੱਪਰ ਵਾਲਾ ਹੀ ਰਹੇਗਾ। ਤਾਂ ਫੰਕਸ਼ਨ ਆਪਾਂ ਸਿਲੈਕਟ ਕਰ ਲਿਆ, ਫੰਕਸ਼ਨ ਨੂੰ ਰਿਕੋਗਨਾਈਜ਼ ਕਰੀਏ ਤਾਂ ਇਹ ਸਾਈਨ ਫੰਕਸ਼ਨ ਹੈ, ਇਹ ਕੋਸਾਈਨ ਫੰਕਸ਼ਨ ਹੈ, ਦੋਨੇ ਹੀ ਨੇਚਰ ਵਾਈਜ਼ ਐਵਰੀਵੇਅਰ ਕੰਟੀਨਿਊਸ ਫੰਕਸ਼ਨ ਹੈ। ਐਵਰੀਵੇਅਰ ਕੰਟੀਨਿਊਸ ਆਪਾਂ ਲੈਕਚਰ ਲਗਾਇਆ ਹੋਇਆ ਇੱਕ, ਉਹ ਤੁਸੀਂ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਕਿਹੜੇ ਕਿਹੜੇ ਫੰਕਸ਼ਨ ਆਪਣੇ ਐਵਰੀਵੇਅਰ ਕੰਟੀਨਿਊਸ ਦੀ ਕੈਟਾਗਰੀ ਚ ਆਉਂਦੇ ਆ। ਜੇ ਇਹ ਦੋਨੇ ਫੰਕਸ਼ਨਸ ਐਵਰੀਵੇਅਰ ਕੰਟੀਨਿਊਸ ਹੈ ਤਾਂ ਉਹਨਾਂ ਦਾ ਡਿਫਰੈਂਸ ਵੀ ਕੀ ਹੋਏਗਾ, ਐਵਰੀਵੇਅਰ ਕੰਟੀਨਿਊਸ ਹੀ ਹੋਏਗਾ। ਇਹ ਆਪਾਂ ਪੜ੍ਹਿਆ ਹੋਇਆ ਐਲਜਬਰਾ ਆਫ ਫੰਕਸ਼ਨਸ ਦੇ ਵਿੱਚ, ਐਲਜਬਰਾ ਆਫ ਕੰਟੀਨਿਊਸ ਫੰਕਸ਼ਨਸ। ਤਾਂ ਆਪਾਂ ਨੂੰ ਇਹ ਪਤਾ ਲੱਗਾ ਕਿ ਫੰਕਸ਼ਨ ਹੈ ਜਿਹੜਾ sin x ਮਾਈਨਸ cos x, ਇਹ ਵੀ ਐਵਰੀਵੇਅਰ ਕੰਟੀਨਿਊਸ ਹੋਏਗਾ। ਕਦੋਂ? ਜਦੋਂ x ਲੈਸ ਦੈਨ 0 ਐਂਡ x ਇਜ਼ ਗ੍ਰੇਟਰ ਦੈਨ 0, ਜਿਹੜਾ ਕਿ ਆਪਣਾ ਫਸਟ ਕੇਸ ਸੀਗਾ। ਕੇਸ 2, ਹੁਣ ਆਪਾਂ ਦੇਖੀਏ ਕਿ x ਇਜ਼ ਇਕੁਅਲ ਟੂ 0 ਤੇ ਕੰਟੀਨਿਊਟੀ ਬਾਰੇ ਕੀ ਹੈ। ਤਾਂ ਲਿਮਿਟ ਕੱਢਣ ਲੱਗੇ ਹਾਂ, ਲੈਫਟ ਲਿਮਿਟ ਰਾਈਟ ਲਿਮਿਟ ਬਿਲਕੁਲ ਨਹੀਂ ਕੱਢਣ ਦੀ ਜ਼ਰੂਰਤ, ਸਿੰਪਲ ਅਸੀਂ ਫੰਕਸ਼ਨ ਚੂਜ਼ ਕੀਤਾ, ਲਿਮਿਟ ਭਰੀ, ਸਾਈਨ 'ਚ 0 ਭਰਤਾ, ਕੋਸ 'ਚ 0 ਭਰਤਾ, ਕਿੰਨਾ ਆ ਗਿਆ, ਸਾਈਨ 0 0 ਹੁੰਦਾ, ਕੋਸ 0 1 ਹੁੰਦਾ, ਤਾਂ ਆਂਸਰ ਆ ਗਿਆ -1। ਲਿਮਿਟ ਦੀ ਵੈਲਿਊ ਆ ਗਈ -1। ਫੰਕਸ਼ਨ 'ਚ ਜਦੋਂ 0 ਭਰਿਆ ਆਪਾਂ, ਉੱਪਰ ਆ ਦੇਖਿਆ ਆਪਾਂ ਕਿ ਫੰਕਸ਼ਨ ਡਿਫਾਈਨ ਕੀਤਾ ਹੋਇਆ -1 ਹੈ, ਤਾਂ ਫਿਰ ਲਿਮਿਟ ਦੀ ਵੈਲਿਊ ਤੇ ਫੰਕਸ਼ਨ ਦੀ ਵੈਲਿਊ ਦੋਨੇ ਹੀ -1 ਆ ਗਈਆਂ। ਤਾਂ ਆਪਾਂ ਕਹਿ ਸਕਦੇ ਹਾਂ ਕਿ ਫੰਕਸ਼ਨ ਹੈ ਜਿਹੜਾ 0 ਤੇ ਕੰਟੀਨਿਊਸ ਹੈ। ਤਾਂ ਕਿਤੇ ਵੀ ਆਪਾਂ ਕੁਐਸਚਨ ਦੇ ਵਿੱਚ ਡਿਸਕੰਟੀਨਿਊਟੀ ਨਹੀਂ ਦੇਖੇਗੀ ਤਾਂ ਫੰਕਸ਼ਨ ਓਵਰਆਲ ਕੀ ਹੋ ਗਿਆ, ਕੰਟੀਨਿਊਸ ਫੰਕਸ਼ਨ। ਇਹਦਾ ਗ੍ਰਾਫ ਦੇਖ ਸਕਦੇ ਹਾਂ ਆਪਾਂ, ਇਹ ਗ੍ਰਾਫ ਹੈ, ਗ੍ਰਾਫ ਤੋਂ ਵੀ ਨਜ਼ਰ ਆ ਰਿਹਾ ਆਪਾਂ ਨੂੰ ਕਿ ਗ੍ਰਾਫ ਫੰਕਸ਼ਨ ਹੈ ਸਾਡਾ ਉਹ ਹੈ ਸਾਰੇ ਕਿਤੇ ਹੀ ਕੰਟੀਨਿਊਸ ਹੈ, ਕਿਤੇ ਵੀ ਬ੍ਰੇਕ ਨਹੀਂ ਹੈਗੀ, ਕਿਤੇ ਜੰਪ ਨਹੀਂ ਹੈਗਾ ਗਾ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਕਰਨ ਲੱਗੇ ਹਾਂ ਕੁਐਸਚਨ ਨੰਬਰ 30th ਕੁਐਸਚਨ ਦੇ ਵਿੱਚ ਆਪਾਂ ਨੂੰ ਕਿਹਾ ਕਿ ਫਾਈਂਡ ਦਾ ਵੈਲਿਊਜ਼ ਆਫ a ਐਂਡ b such that function defined by this is a continuous function। ਮਤਲਬ ਫੰਕਸ਼ਨ ਆਪਾਂ ਨੂੰ ਕੰਟੀਨਿਊਸ ਦਿੱਤਾ ਹੋਇਆ ਸਾਰੇ ਕਿਤੇ ਹੀ, ਠੀਕ ਹੈ। ਤਾਂ ਜੇ ਫੰਕਸ਼ਨ ਆਪਾਂ ਨੂੰ ਸਾਰੇ ਕਿਤੇ ਕੰਟੀਨਿਊਸ ਦਿੱਤਾ ਤਾਂ ਆਪਾਂ ਕੀ ਕਰਾਂਗੇ, ਪਹਿਲਾਂ ਲਿਖ ਲਾਂਗੇ ਕਿ ਫੰਕਸ਼ਨ ਸਾਰੇ ਕਿਤੇ ਕੰਟੀਨਿਊਸ ਹੈ ਤਾਂ ਫਿਰ 2 ਤੇ ਵੀ ਕੰਟੀਨਿਊਸ ਹੋਏਗਾ, ਕਿਉਂਕਿ 2 ਤੇ ਆਪਾਂ ਲੈਫਟ ਲਿਮਿਟ ਤੇ ਰਾਈਟ ਲਿਮਿਟ ਦੀ ਗੱਲ ਕਰ ਸਕਦੇ, ਕਿਉਂਕਿ ਆਪਾਂ ਨੂੰ a ਤੇ b ਦੀਆਂ ਦੋ ਵੈਲਿਊਜ਼, ਦੋਵਾਂ ਦੀਆਂ ਵੈਲਿਊਜ਼ ਕੱਢਣ ਨੂੰ ਕਿਹਾ, ਮਤਲਬ ਦੋ ਇਕੁਏਸ਼ਨਸ ਤਾਂ ਚਾਹੀਦੀਆਂ ਹੀ ਆਪਾਂ ਨੂੰ ਮੈਥਮੈਟਿਕਸ ਦੇ ਅਕੋਰਡਿੰਗ, ਦੋ ਵੇਰੀਏਬਲਸ ਕੱਢਣੇ ਆ ਤਾਂ ਦੋ ਇਕੁਏਸ਼ਨਸ ਚਾਹੀਦੀ। ਤਾਂ ਆਪਾਂ ਉਹਦੇ ਲਈ ਕੀ ਕਰਾਂਗੇ, ਪਹਿਲਾਂ ਲਿਮਿਟ 2 ਤੇ ਗੱਲ ਕਰਾਂਗੇ ਕਿ ਫੰਕਸ਼ਨ ਆਪਾਂ ਨੂੰ ਪਤਾ ਹੈ ਸਾਰੇ ਕਿਤੇ ਕੰਟੀਨਿਊਸ ਹੈ, ਇਹਦਾ ਮਤਲਬ 2 ਤੇ ਵੀ ਕੰਟੀਨਿਊਸ ਹੈ। ਤਾਂ ਲੈਫਟ ਲਿਮਿਟ ਐਟ 2 ਆ ਚੱਲ ਰਿਹਾ, ਲੈਫਟ ਲਿਮਿਟ ਐਟ 2, ਇੱਥੇ 2 ਨੈਗੇਟਿਵ ਹੈ, ਸੌਰੀ ਇੱਥੇ ਥੋੜ੍ਹਾ ਜਿਹਾ ਗਲਤ ਹੋ ਗਿਆ ਆਪਣੇ ਤੋਂ, ਆਪਾਂ ਨੂੰ ਕੀ ਕਰਨਾ ਹੈ, ਲਿਮਿਟ ਨਹੀਂ ਚੈੱਕ ਕਰਨੀ, ਸੌਰੀ। ਇੱਥੇ ਕੀ ਹੈ, ਫੰਕਸ਼ਨ ਆਪਾਂ ਨੂੰ ਕੰਟੀਨਿਊਸ ਦਿੱਤਾ ਹੈ 2 ਤੇ, ਇਹਦਾ ਮਤਲਬ ਕੀ ਹੈ, ਆਪਾਂ ਲਿਖ ਸਕਦੇ ਹਾਂ ਲੈਫਟ ਲਿਮਿਟ ਤੇ ਰਾਈਟ ਲਿਮਿਟ ਤੇ ਫੰਕਸ਼ਨ ਦੀ ਵੈਲਿਊ 2 ਤੇ, ਇਹ ਤਿੰਨੇ ਹੀ ਬਰਾਬਰ ਦੇ ਦਿੱਤੀਆਂ ਆਪਾਂ ਨੂੰ ਕੁਐਸਚਨ 'ਚ, ਠੀਕ ਹੈ। ਚੈੱਕ ਨਹੀਂ ਕਰਨੀ ਆਪਾਂ ਕਿਉਂਕਿ ਦਿੱਤਾ ਹੋਇਆ ਫੰਕਸ਼ਨ ਕੰਟੀਨਿਊਸ ਹੈ। ਓਕੇ, 2 ਨੈਗੇਟਿਵਲੀ ਫੰਕਸ਼ਨ ਲਗਾਈਏ ਆਪਾਂ 5, ਉੱਪਰ ਦਿਖ ਰਿਹਾ ਆਪਾਂ ਨੂੰ। 2 ਪੋਜ਼ੀਟਿਵਲੀ ਫੰਕਸ਼ਨ ਲੱਗੇਗਾ ax + b, ਫੰਕਸ਼ਨ 'ਚ ਜਦੋਂ 2 ਭਰਾਂਗੇ ਉਹ ਕਿੰਨਾ ਆਏਗਾ 5, ਇੱਥੋਂ ਦੇਖ ਕੇ। ਤਾਂ ਤਿੰਨੇ ਹੀ ਬਰਾਬਰ ਹੈ, ਬਟ ਆਪਾਂ ਨੂੰ ਇਕੁਏਸ਼ਨ ਚਾਹੀਦੀ ਹੈ ਤਾਂ ਆਪਾਂ ਕੀ ਕਰਾਂਗੇ, ਇਹਨਾਂ ਦੋਨਾਂ ਤੋਂ ਚੱਲ ਪਾਂਗੇ। ਇਹਦੇ 'ਚ ਲਿਮਿਟ ਭਰੀ, ਕਿੰਨਾ ਆ ਗਿਆ, x ਦੀ ਵੈਲਿਊ ਭਰੀ 2, ਤਾਂ 2a + b = 5, ਤਾਂ ਇਹ ਬਣ ਗਈ ਸਾਡੀ ਫਸਟ ਇਕੁਏਸ਼ਨ। ਇਸੇ ਤਰ੍ਹਾਂ ਹੀ ਫੰਕਸ਼ਨ ਕੰਟੀਨਿਊਸ ਹੈ ਹਰ ਕਿਤੇ, ਤਾਂ ਆਪਣਾ 10 ਤੇ ਵੀ ਕੰਟੀਨਿਊਸ ਹੋਏਗਾ। ਆਪਾਂ 10 ਤੇ ਹੀ ਕਿਉਂ ਗੱਲ ਕਰ ਰਹੇ ਹਾਂ, ਕਿਉਂਕਿ 10 ਤੇ ਅਸੀਂ ਲੈਫਟ ਲਿਮਿਟ ਤੇ ਰਾਈਟ ਲਿਮਿਟ ਵਰਗੇ ਫੰਕਸ਼ਨ ਹੈਗੇ ਸਾਡੇ ਕੋਲ। ਤਾਂ ਇੱਥੇ ਲਿਖਣ ਲੱਗਿਆ ਲਿਮਿਟ x ਅਪਰੋਚਸ ਟੂ 10 ਨੈਗੇਟਿਵ = ਲਿਮਿਟ x ਅਪਰੋਚਸ ਟੂ 10 ਪੋਜ਼ੀਟਿਵ = f of 10, ਕਿਉਂਕਿ ਫੰਕਸ਼ਨ 10 ਤੇ ਕੰਟੀਨਿਊਸ ਵੀ ਹੈ। 10 ਨੈਗੇਟਿਵ ਵਾਸਤੇ ਫੰਕਸ਼ਨ ਕਿਹੜਾ ਸਿਲੈਕਟ ਕੀਤਾ, ax + b। 10 ਪੋਜ਼ੀਟਿਵ ਵਾਸਤੇ 21, ਫੰਕਸ਼ਨ 'ਚ 10 ਭਰਾਂਗੇ ਉਹ ਵੀ 21। ਤਾਂ ਆਪਾਂ ਨੂੰ ਇਕੁਏਸ਼ਨ ਚਾਹੀਦੀ ਹੈ ਤਾਂ ਆਪਾਂ ਇਹਨਾਂ ਦੋਨਾਂ ਤੋਂ ਚੱਲਾਂਗੇ। ਤਾਂ ਆਪਾਂ ਇੱਥੇ x ਦੀ ਜਗ੍ਹਾ 'ਤੇ 10 ਭਰਤਾ, ਡਾਇਰੈਕਟ ਸਬਸਟੀਟਿਊਸ਼ਨ ਹੋ ਰਹੀ ਹੈ, ਤਾਂ ਇਹ ਆ ਗਿਆ 10a + b। ਇੱਥੇ ਲਿਮਿਟ ਦਾ ਕੋਈ ਅਸਰ ਨਹੀਂ ਗਾ, ਇੱਥੇ 21 ਹੀ ਆ ਜਾਏਗਾ। ਤਾਂ ਇਹ ਬਣ ਗਈ ਸੈਕਿੰਡ ਇਕੁਏਸ਼ਨ। ਹੁਣ ਆਪਾਂ ਦੋਨਾਂ ਇਕੁਏਸ਼ਨ ਨੂੰ, ਜਿਹੜੀ ਆਪਾਂ ਨੰਬਰ 1 ਵਾਲੀ ਇਕੁਏਸ਼ਨ ਹੈ ਅਤੇ ਨੰਬਰ 2 ਵਾਲੀ ਨੂੰ, ਇਹਨਾਂ ਨੂੰ ਦੋਨਾਂ ਨੂੰ ਇਕੱਠੇ ਲਿਖ ਲਿਆ, ਇਹਨਾਂ ਨੂੰ ਸੋਲਵ ਕਰ ਲਿਆ ਆਪਾਂ। b ਕੱਟਿਆ ਗਿਆ, ਇਹ ਤਾਂ ਜਨਰਲ ਕੈਲਕੂਲੇਸ਼ਨ ਹੈ, ਤੁਸੀਂ ਕਰ ਸਕਦੇ ਹੋ। ਇਹ ਆ ਗਿਆ 2, a2 ਕਿਸੇ ਵੀ ਇਕੁਏਸ਼ਨ 'ਚ ਭਰ ਦਿਓ, ਜਿਵੇਂ ਕਿ ਮੈਂ ਇੱਥੇ ਫਸਟ 'ਚ ਭਰਿਆ, ਇੱਥੇ 2 ਭਰਤਾ a ਦੀ ਵੈਲਿਊ, ਤਾਂ ਉੱਥੋਂ b ਕਿੰਨਾ ਆ ਜਾਏਗਾ ਸੋਲਵ ਕਰਕੇ 1। ਤਾਂ ਇੱਥੇ ਆਪਣਾ ਕੁਐਸਚਨ ਖਤਮ ਹੋ ਜਾਏਗਾ, ਬਿਕੋਜ਼ ਆਪਾਂ ਨੂੰ a ਤੇ b ਦੀਆਂ ਵੈਲਿਊਜ਼ ਹੀ ਪੁੱਛੀਆਂ ਸੀ। ਨੈਕਸਟ ਕੁਐਸਚਨ ਆਪਾਂ ਕਰਨ ਲੱਗੇ ਹਾਂ 34th ਕੁਐਸਚਨ ਹੈ,
find all the points of discontinuity of f of x is modulus of x minus x plus 1 ਦਾ ਮੋਡੂਲਸ। ਤਾਂ ਇਹਨਾਂ ਫੰਕਸ਼ਨਸ ਨੂੰ ਆਪਾਂ ਪਹਿਲਾਂ ਰਿਕੋਗਨਾਈਜ਼ ਕਰੀਏ ਤਾਂ ਇਹ ਮੋਡੂਲਸ ਹੈ, ਇਹ ਵੀ ਮੋਡੂਲਸ ਫੰਕਸ਼ਨ ਹੈ। ਤਾਂ ਆਪਾਂ ਨੂੰ ਪਤਾ ਹੈ ਮੋਡੂਲਸ ਫੰਕਸ਼ਨ ਕੀ ਹੈ, ਐਵਰੀਵੇਅਰ ਕੰਟੀਨਿਊਸ ਫੰਕਸ਼ਨ। ਤਾਂ ਜੇ ਦੋਨੇ ਫੰਕਸ਼ਨ ਮੋਡੂਲਸ ਹੈ ਤਾਂ ਮੋਡੂਲਸ ਫੰਕਸ਼ਨਸ ਐਵਰੀਵੇਅਰ ਕੰਟੀਨਿਊਸ ਹੈ ਤਾਂ ਇਹਨਾਂ ਦਾ ਡਿਫਰੈਂਸ ਵੀ ਕੀ ਹੋਏਗਾ, ਦੋਨੇ ਐਵਰੀਵੇਅਰ ਕੰਟੀਨਿਊਸ ਫੰਕਸ਼ਨਸ ਦਾ ਡਿਫਰੈਂਸ ਵੀ ਐਵਰੀਵੇਅਰ ਕੰਟੀਨਿਊਸ ਹੀ ਹੋਏਗਾ। ਇਹਦਾ ਮਤਲਬ ਕੀ ਹੈ, ਫੰਕਸ਼ਨ ਐਵਰੀਵੇਅਰ ਕੰਟੀਨਿਊਸ ਹੈ ਤਾਂ ਮਤਲਬ ਕੋਈ ਪੁਆਇੰਟ ਆਫ ਡਿਸਕੰਟੀਨਿਊਟੀ ਹੈ ਹੀ ਨਹੀਂ ਆਪਣੇ ਕੋਲੇ। ਓਕੇ, ਲੈਟਸ ਸੀ ਦਾ ਗ੍ਰਾਫ ਆਪਾਂ ਦੇਖਿਆ ਇੱਥੇ ਗ੍ਰਾਫ 'ਚ ਵੀ ਨਜ਼ਰ ਆ ਰਿਹਾ ਕਿ ਕਿਤੇ ਵੀ ਡਿਸਕੰਟੀਨਿਊਟੀ ਦਾ ਕੋਈ ਬਣ ਹੀ ਨਹੀਂ ਰਿਹਾਗਾ ਰੀਜ਼ਨ। ਇਹਦਾ ਮਤਲਬ ਫੰਕਸ਼ਨ ਹੈ ਜਿਹੜਾ ਐਵਰੀਵੇਅਰ ਕੰਟੀਨਿਊਸ ਹੈ। ਥੈਂਕ ਯੂ ਫॉर वाचिंग।